Good morning, students, today's our topic is components of government budget। ਤੁਹਾਨੂੰ ਬਹੁਤ ਪ੍ਰੋਬਲਮਸ ਆ ਰਹੀ ਨੇ, ਤੁਹਾਨੂੰ ਲਾਈਟਿੰਗ ਵਗੈਰਾ ਪੈ ਰਹੀ ਹੈ। ਮੈਂ ਵੈਸੇ ਤਾਂ ਅੱਜ ਧਿਆਨ ਰੱਖੂੰਗੀ ਇਸ ਚੀਜ਼ ਦਾ, ਬਾਕੀ ਥੋੜਾ ਜਿਹਾ ਤੁਸੀਂ ਵੀ ਮੈਨੇਜ ਕਰਨ ਦੀ ਕੋਸ਼ਿਸ਼ ਕਰਿਓ। ਬੁੱਕ ਦੇ ਵਿੱਚ ਹੋਏਗਾ ਸਾਰਾ ਕੁਝ, ਬੁੱਕ ਦੇ ਵਿੱਚ ਪਰ ਪਤਾ ਨਹੀਂ ਟੇਬਲ ਇਸ ਤਰ੍ਹਾਂ ਬਣਿਆ ਹੋਇਆ ਕਿ ਨਹੀਂ, ਪਰ ਤੁਸੀਂ ਬਣਾ ਲਿਓ। ਗਵਰਨਮੈਂਟ ਬਜਟ ਕੀ ਹੈ? ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਬਜਟ ਰਿਸਿਪਟ, ਬਜਟ ਐਕਸਪੈਂਡੀਚਰ। ਇਹ ਕਰਵਾਉਣ ਤੋਂ ਪਹਿਲਾਂ ਬਹੁਤ ਇੰਪੋਰਟੈਂਟ ਤੇ ਬਹੁਤ ਧਿਆਨ ਨਾਲ ਸਮਝਣ ਦਾ ਟੌਪਿਕ ਹੈ। ਇੰਟਰਸਟਿੰਗ ਹੈ, ਸੌਖਾ ਹੈ, ਜਿਹਨੂੰ ਸਮਝ ਆ ਗਈ। ਥੋੜਾ ਜਿਹਾ ਕਿਤੇ ਕਿਤੇ ਉਲਝ ਜਾਂਦੇ ਨੇ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ, ਡਰਾ ਨਹੀਂ ਰਹੀ ਹਾਂ, ਉਂਝ ਦੱਸ ਰਹੀ ਹਾਂ, ਪਰ ਈਜ਼ੀ ਬਹੁਤ ਹੈ। ਇੱਕ ਵਾਰ ਜੇ ਸਮਝ ਆ ਗਈ ਤਾਂ ਭੁੱਲਦਾ ਨਹੀਂ। ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ, ਠੀਕ ਹੈ। ਗਵਰਨਮੈਂਟ ਬਜਟ ਦੇਖੋ ਦੋ ਤਰ੍ਹਾਂ ਦਾ ਹੁੰਦਾ ਹੈ, ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਬਜਟ ਰਿਸਿਪਟ ਤੇ ਬਜਟ ਐਕਸਪੈਂਡੀਚਰ। ਗਵਰਨਮੈਂਟ ਦੇ ਵਿੱਚ ਜਿਹੜੀ ਬਜਟ ਉਹਦੇ ਦੋ ਹੀ ਕੋਲਮ ਹੁੰਦੇ ਨੇ। ਇੱਕ ਵਿੱਚ ਲਿਖਿਆ ਜਾਂਦਾ ਬਜਟ ਰਿਸਿਪਟ ਕਿ ਆਪ ਨੂੰ ਕਿੱਥੋਂ ਕਿੱਥੋਂ ਰਿਸਿਪਟਸ ਹੋਣਗੀਆਂ, ਇਨਕਮ ਜਨਰੇਟ ਹੋਏਗੀ ਤੇ ਗਵਰਨਮੈਂਟ ਨੇ ਕਿੱਥੇ ਕਿੱਥੇ ਪੈਸਾ ਖਰਚ ਕਰਨਾ ਹੈ। ਹੁਣ ਜਿਹੜੇ ਰਿਸਿਪਟ ਹੁੰਦੀਆਂ ਨੇ ਨਾ, ਇਹ ਅੱਗੇ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਹੁੰਦੀ ਹੈ ਰਿਵੈਨਿਊ ਰਿਸਿਪਟ, ਇੱਕ ਹੁੰਦੀ ਹੈ ਕੈਪੀਟਲ ਰਿਸਿਪਟ। ਆਪਣੇ ਜਿਹੜੇ ਇਹ ਦੋਵੇਂ ਦੇ ਵਿੱਚ ਡਿਫਰੈਂਸਿਸ ਹੈ, ਧਿਆਨ ਨਾਲ ਸਮਝਿਓ, ਠੀਕ ਹੈ। ਜਿਹੜੀ ਬਜਟ ਰਿਸਿਪਟ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਰਿਵੈਨਿਊ ਰਿਸਿਪਟ, ਇੱਕ ਹੁੰਦੀ ਹੈ ਕੈਪੀਟਲ ਰਿਸਿਪਟ। ਐਸੇ ਤਰ੍ਹਾਂ ਜਿਹੜਾ ਬਜਟ ਐਕਸਪੈਂਡੀਚਰ ਹੈ ਇਹ ਵੀ ਦੋ ਤਰ੍ਹਾਂ ਦਾ ਹੁੰਦਾ ਵੈ, ਰਿਵੈਨਿਊ ਐਕਸਪੈਂਡੀਚਰ ਤੇ ਕੈਪੀਟਲ ਐਕਸਪੈਂਡੀਚਰ। ਇੰਨਾ ਕਲੀਅਰ ਆ ਗਿਆ ਟੇਬਲ ਕਿ ਗਵਰਨਮੈਂਟ ਬਜਟ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ 'ਚ ਇਨਕਮ ਆਏਗੀ, ਇੱਕ ਵਿੱਚ ਐਕਸਪੈਂਡੀਚਰ ਆਏਗਾ, ਵੀ ਕਿੰਨੀ ਸਾਨੂੰ ਇਨਕਮ ਆ ਰਹੀ ਹੈ, ਕਿੰਨਾ ਅਸੀਂ ਖਰਚ ਕਰ ਰਹੀ ਹੈ, ਕੋਈ ਡਾਊਟ ਹੀ ਨਹੀਂ ਗਾ। ਜਿਹੜੀ ਰਿਸਿਪਟ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ, ਰਿਵੈਨਿਊ ਰਿਸਿਪਟ, ਕੈਪੀਟਲ ਰਿਸਿਪਟ। ਇਸ ਤਰ੍ਹਾਂ ਐਕਸਪੈਂਡੀਚਰ ਵੀ ਦੋ ਤਰ੍ਹਾਂ ਦਾ ਹੁੰਦਾ ਵੈ, ਰਿਵੈਨਿਊ ਐਕਸਪੈਂਡੀਚਰ ਤੇ ਕੈਪੀਟਲ ਐਕਸਪੈਂਡੀਚਰ, ਠੀਕ ਹੈ। ਅੱਜ ਆਪਾਂ ਕਰਾਂਗੇ ਰਿਵੈਨਿਊ ਰਿਸਿਪਟ ਤੇ ਕੈਪੀਟਲ ਰਿਸਿਪਟ, ਯਾਨੀ ਕਿ ਬਜਟ ਰਿਸਿਪਟ ਕਰਾਂਗੇ ਇਕੱਲਾ, ਤਾਂ ਕਿ ਤੁਸੀਂ ਕਨਫਿਊਜ਼ ਨਾ ਹੋ ਜਾਓ, ਠੀਕ ਹੈ। ਜਿਹੜਾ ਹੈਗਾ ਰਿਵੈਨਿਊ ਰਿਸਿਪਟ ਆਪਾਂ ਕਰ ਰਹੇ ਨਾ, ਸਿਰਫ ਆਪਾਂ ਬਜਟ ਰਿਸਿਪਟ ਪੜਾਂਗੇ ਅੱਜ ਇਕੱਲਾ। ਜਿਹੜਾ ਬਜਟ ਰਿਸਿਪਟ ਹੈ ਇਹ ਅੱਗੇ ਦੋ ਪਾਰਟ ਹੈ, ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਰਿਵੈਨਿਊ ਰਿਸਿਪਟ, ਕੈਪੀਟਲ ਰਿਸਿਪਟ। ਕਲੀਅਰ ਹੋ ਰਿਹਾ ਨਾ ਟੇਬਲ? ਰਿਵੈਨਿਊ ਰਿਸਿਪਟ, ਕੈਪੀਟਲ ਰਿਸਿਪਟ। ਰਿਵੈਨਿਊ ਰਿਸਿਪਟ ਦਾ ਮਤਲਬ ਆਪ ਨੂੰ ਇਨਕਮ ਆ ਰਹੀ ਹੈ, ਕੈਪੀਟਲ ਰਿਸਿਪਟ ਦਾ ਮਤਲਬ ਆਪਣੀ ਇਨਕਮ ਆ ਰਹੀ ਹੈ, ਠੀਕ ਹੈ। ਹਾਂਜੀ, ਠੀਕ ਹੈ। ਰਿਵੈਨਿਊ ਰਿਸਿਪਟ ਦੇ ਵਿੱਚ ਆਪਣਾ ਆ ਜਾਏਗਾ ਟੈਕਸ ਰਿਵੈਨਿਊ, ਨੌਨ ਟੈਕਸ ਰਿਵੈਨਿਊ, ਠੀਕ ਹੈ। ਰੈਵੈਨਿਊ ਰਿਸਿਪਟ ਦੇ ਗਾਂ ਦੋ ਪੁਆਇੰਟ ਆਪਾਂ ਪੜਾਂਗੇ, ਟੈਕਸ ਤੇ ਨੌਨ ਟੈਕਸ, ਜਿੱਥੋਂ ਗਵਰਨਮੈਂਟ ਨੂੰ ਇਨਕਮ ਬਣਦੀ ਹੈ। ਕੈਪੀਟਲ ਰਿਸਿਪਟ ਦੇ ਵਿੱਚ ਵੀ ਗਵਰਨਮੈਂਟ ਨੂੰ ਇਨਕਮ ਹੋ ਰਹੀ ਹੈ, ਜਾਂ ਰਿਸਿਪਟ ਹੋ ਰਹੀ ਨਹੀਂ, ਕਿਤੋਂ ਪੈਸਾ ਆ ਰਿਹਾ ਵੈ। ਇਹ ਪੈਸਾ ਕਿੱਥੋਂ ਆ ਰਿਹਾ ਵੈ? ਬੋਰੋ, ਜਾਂ ਗਵਰਨਮੈਂਟ ਨੇ ਪੈਸਾ ਉਧਾਰ ਲਿਆ। ਰਿਕਵਰੀ ਆਫ ਲੋਨ, ਜੋ ਗਵਰਨਮੈਂਟ ਨੇ ਲੋਨ ਦਿੱਤਾ ਸੀ ਉਹ ਰਿਕਵਰ ਹੋ ਗਿਆ, ਜਾਂ ਅਦਰ ਰਿਸਿਪਟਸ। ਹੁਣ ਇਹ ਆਪਾਂ ਸਾਰੇ ਪੁਆਇੰਟ 1 to ਪੁਆਇੰਟ ਕੀ ਹੈ ਐਕਸਪਲੇਨ ਕਰਾਂਗੇ, ਠੀਕ ਹੈ। ਇੱਥੇ ਤੱਕ ਤਾਂ ਕਲੀਅਰ ਹੋ ਗਿਆ ਸਾਰਿਆਂ ਨੂੰ? ਰਿਵੈਨਿਊ ਰਿਸਿਪਟ, ਕੈਪੀਟਲ ਰਿਸਿਪਟ। ਰਿਵੈਨਿਊ ਰਿਸਿਪਟ ਦੇ ਅੰਦਰ ਆ ਜਾਏਗਾ ਟੈਕਸ ਰਿਵੈਨਿਊ, ਨੌਨ ਟੈਕਸ ਰਿਵੈਨਿਊ ਤੇ ਬੋਰੋ। ਇਹ ਆ ਜਾਏਗਾ ਕੈਪੀਟਲ ਰਿਸਿਪਟ ਦੇ ਅੰਦਰ ਰਿਕਵਰੀ ਆਫ ਲੋਨ ਤੇ ਅਦਰ ਰਿਸਿਪਟ। ਹਾਂਜੀ, ਪਹਿਲਾਂ ਆਪਾਂ ਪੜਾਂਗੇ ਕਿ ਰਿਵੈਨਿਊ ਰਿਸਿਪਟ ਹੁੰਦੀ ਕੀ ਹੈ ਤੇ ਕੈਪੀਟਲ ਰਿਸਿਪਟ ਕੀ ਹੈ। ਮੈਂ ਤੁਹਾਨੂੰ ਦੋਵਾਂ 'ਚ ਡਿਫਰੈਂਸਿਸ ਦੱਸਦੀ ਹਾਂ। ਰਿਵੈਨਿਊ ਰਿਸਿਪਟ ਇੱਕ ਇਸ ਤਰ੍ਹਾਂ ਦੀ ਇਨਕਮ ਹੈ, ਜਾਂ ਇੱਕ ਇਸ ਤਰ੍ਹਾਂ ਦੀ ਪ੍ਰਾਪਤੀ ਹੈ ਗਵਰਨਮੈਂਟ ਨੂੰ, ਜਿਹਦੇ ਨਾਲ ਗਵਰਨਮੈਂਟ ਨੂੰ ਨਾ ਤਾਂ ਕੋਈ ਲਾਇਬਿਲਿਟੀ ਕ੍ਰੀਏਟ ਹੋਈ ਹੈ, ਠੀਕ ਹੈ, ਨਾ ਹੀ ਗਵਰਨਮੈਂਟ ਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਪਰਟੀ ਘਟੀ ਹੈ। ਨਹੀਂ ਸਮਝੇ? ਲਾਇਬਿਲਿਟੀ ਮਤਲਬ ਦੇਣਦਾਰੀ। ਗਵਰਨਮੈਂਟ ਨੂੰ ਪੈਸਾ ਤਾਂ ਆਇਆ, ਲੇਕਿਨ ਗਵਰਨਮੈਂਟ ਨੇ ਇਹ ਪੈਸਾ ਵਾਪਸ ਨਹੀਂ ਕਰਨਾ। ਨਾ ਹੀ ਗਵਰਨਮੈਂਟ ਨੇ ਕੋਲ ਜਿਹੜੀ ਪੈਸਾ ਆਇਆ ਵੈ, ਗਵਰਨਮੈਂਟ ਨੇ ਇਹਦੇ ਲਈ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ। ਇਹ ਗਵਰਨਮੈਂਟ ਕੋਲ ਪੈਸਾ ਇਨਕਮ ਆਇਆ, ਕਮਾਇਆ ਗਵਰਨਮੈਂਟ ਨੇ। ਦੁਬਾਰਾ ਸੁਣ ਲਓ, ਰਿਵੈਨਿਊ ਰਿਸਿਪਟ ਇੱਕ ਇਸ ਤਰ੍ਹਾਂ ਦੀ ਰਿਸਿਪਟ ਜਿਹਦੇ ਨਾਲ ਗਵਰਨਮੈਂਟ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਲਾਇਬਿਲਿਟੀ ਕ੍ਰੀਏਟ ਨਹੀਂ ਹੋਈ, ਯਾਨੀ ਕਿ ਗਵਰਨਮੈਂਟ ਨੇ ਇਹ ਪੈਸਾ ਵਾਪਸ ਨਹੀਂ ਕਰਨਾ, ਤੇ ਨਾ ਹੀ ਇਹ ਪੈਸਾ ਲੈਣ ਦੇ ਲਈ ਗਵਰਨਮੈਂਟ ਨੇ ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ ਵੇਚੀ ਹੈ। ਇਹ ਹੁੰਦੀ ਹੈ ਰਿਵੈਨਿਊ ਰਿਸਿਪਟ। ਇਸ ਤੋਂ ਉਲਟ ਹੋ ਗਿਆ ਕੈਪੀਟਲ ਰਿਸਿਪਟ। ਕੈਪੀਟਲ ਰਿਸਿਪਟ ਦੇ ਵਿੱਚ ਗਵਰਨਮੈਂਟ ਕੋਲ ਪੈਸਾ ਤਾਂ ਆਇਆ ਵੈ, ਲੇਕਿਨ ਉਹਦੇ ਲਈ ਗਵਰਨਮੈਂਟ ਨੂੰ ਲਾਇਬਿਲਿਟੀ ਕ੍ਰੀਏਟ ਹੋਈ ਹੈ। ਗਵਰਨਮੈਂਟ ਨੇ ਉਹ ਪੈਸਾ ਵਾਪਸ ਕਰਨਾ ਵੈ, ਜਾਂ ਹੋ ਸਕਦਾ ਗਵਰਨਮੈਂਟ ਨੇ ਉਹ ਪੈਸੇ ਦੇ ਲਈ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ। ਹਾਂਜੀ, ਸਮਝ ਆਈ? ਰਿਵੈਨਿਊ ਰਿਸਿਪਟ ਮਤਲਬ ਲਾਇਬਿਲਿਟੀ ਕਿਸੇ ਵੀ ਤਰ੍ਹਾਂ ਦੀ ਲਾਇਬਿਲਿਟੀ ਕ੍ਰੀਏਟ ਨਹੀਂ ਹੋਈ। ਇੱਥੋਂ ਤੁਹਾਨੂੰ ਦੱਸਦੀ ਤੁਹਾਨੂੰ, ਕ੍ਰੀਏਟ ਐਨੀ ਲਾਇਬਿਲਿਟੀ ਨੋਰ ਕੋਜ਼ ਐਨੀ ਰਿਡਕਸ਼ਨ ਇਨ ਦਾ ਐਸਟ ਆਫ ਦਾ ਗਵਰਨਮੈਂਟ। ਗਵਰਨਮੈਂਟ ਦੇ ਲਈ ਕੋਈ ਵੀ ਲਾਇਬਿਲਿਟੀ ਕ੍ਰੀਏਟ ਨਹੀਂ ਹੋਈ। ਐਨੀ ਰਿਡਕਸ਼ਨ ਇਨ ਦਾ ਐਸਟ ਆਫ ਦਾ ਗਵਰਨਮੈਂਟ, ਗਵਰਨਮੈਂਟ ਦੀ ਪ੍ਰੋਪਰਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੋਈ। ਹੁਣ ਜਿਵੇਂ ਤੁਹਾਨੂੰ ਮੈਂ ਇਹਦੇ ਐਗਜ਼ਾਮਪਲਸ ਦੱਸੀਆਂ ਸੀ ਨਾ, ਜਿਵੇਂ ਆਪਾਂ ਕੀਤੀਆਂ ਸੀ ਟੈਕਸ, ਨੌਨ ਟੈਕਸ ਰਿਵੈਨਿਊ, ਦੋ ਆਉਂਦੇ ਆ। ਹੁਣ ਜਦੋਂ ਆਪਾਂ ਕੋਈ ਟੈਕਸ ਭਰਦੇ ਹਾਂ ਗਵਰਨਮੈਂਟ ਨੂੰ, ਤਾਂ ਆਪਾਂ ਟੈਕਸ ਵਾਪਸ ਕਰਨਾ ਹੁੰਦਾ ਹੈ? ਨਹੀਂ। ਉਹ ਟੈਕਸ ਦੇ ਲਈ ਗਵਰਨਮੈਂਟ ਨੇ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ? ਨਹੀਂ। ਹੋ ਗਿਆ ਨਾ ਕਿ ਹੁਣ ਸਮਝ ਆ ਗਈ ਨਾ। ਐਗਜ਼ਾਮਪਲ ਟੈਕਸ, ਇਹਦੀ ਐਗਜ਼ਾਮਪਲ ਕੀ ਹੈ? ਟੈਕਸ। ਜਦੋਂ ਗਵਰਨਮੈਂਟ ਨੂੰ ਟੈਕਸ ਦੇ ਥਰੂ ਇਨਕਮ ਜਨਰੇਟ ਹੁੰਦੀ ਹੈ, ਉਹਨੂੰ ਬੋਲਦੇ ਨੇ ਰਿਵੈਨਿਊ ਰਿਸਿਪਟ, ਕਿਉਂਕਿ ਗਵਰਨਮੈਂਟ ਨੇ ਨਾ ਤਾਂ ਇਹ ਪੈਸਾ ਵਾਪਸ ਕਰਨਾ ਵੈ, ਤੇ ਨਾ ਹੀ ਗਵਰਨਮੈਂਟ ਨੇ ਇਹਦੇ ਲਈ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ। ਹੁਣ ਇਸ ਤੋਂ ਉਲਟ ਆ ਗਿਆ ਕੈਪੀਟਲ ਰਿਸਿਪਟ। ਕੈਪੀਟਲ ਰਿਸਿਪਟ ਲਈ ਗਵਰਨਮੈਂਟ ਦੀ ਕੀ ਹੈ? ਲਾਇਬਿਲਿਟੀ ਕ੍ਰੀਏਟ ਹੋਈ ਹੈ, ਯਾਨੀ ਕਿ ਗਵਰਨਮੈਂਟ ਨੇ ਪੈਸਾ ਵਾਪਸ ਕਰਨਾ ਹੈ। ਆਪਾਂ ਇਹਦੇ ਅੰਦਰ ਪੁਆਇੰਟ ਪੜ੍ਹੇ ਸੀਗੇ, ਬੋਰੋ, ਗਵਰਨਮੈਂਟ ਨੇ ਪੈਸਾ ਉਧਾਰ ਲਿਆ, ਜਾਂ ਹੋ ਸਕਦਾ ਗਵਰਨਮੈਂਟ ਨੇ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ, ਗਵਰਨਮੈਂਟ ਦਾ ਐਕਸਪੈਂਡੀਚਰ ਬਹੁਤ ਜ਼ਿਆਦਾ ਵੱਧ ਗਈ, ਗਵਰਨਮੈਂਟ ਦੇ ਖਰਚੇ ਪੂਰੇ ਨਹੀਂ ਪੈ ਰਹੇ, ਤਾਂ ਉਹਦੇ ਲਈ ਹੋ ਸਕਦਾ ਕਿ ਗਵਰਨਮੈਂਟ ਨੂੰ ਆਪਣੀ ਇਨਕਮ ਆਪਣੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਪਰਟੀ ਕੀ ਹੈ ਵੇਚਣੀ ਪਈ ਹੋਵੇ, ਠੀਕ ਹੈ। ਹੁਣ ਤਾਂ ਕਲੀਅਰ ਹੋ ਗਿਆ ਨਾ ਰਿਵੈਨਿਊ ਰਿਸਿਪਟ ਤੇ ਕੈਪੀਟਲ ਰਿਸਿਪਟ ਦੇ ਵਿੱਚ ਕੀ ਡਿਫਰੈਂਸਿਸ ਹੈ।
ਹੁਣ ਇੱਥੇ ਆਪਾਂ ਧਿਆਨ ਨਾਲ ਪੜ੍ਹਦੇ ਜਾਵਾਂਗੇ ਲਗਾਤਾਰ। ਇਹ ਰਿਸਿਪਟ ਇਜ਼ ਰਿਵੈਨਿਊ ਰਿਸਿਪਟ ਇਜ਼ ਸੈਟਿਸਫਾਈ ਦਾ ਫੋਲੋਇੰਗ 2 ਅਸੈਂਸ਼ੀਅਲ ਕੰਡੀਸ਼ਨ। ਦੀ ਰਿਸਿਪਟ ਮਸਟ ਨੋਟ ਕ੍ਰੀਏਟ ਅ ਲਿਬਿਲਿਟੀ ਫॉर ਗਵਰਨਮੈਂਟ। ਇਹਦੇ ਲਈ ਗਵਰਨਮੈਂਟ ਨੇ ਕਿਸੇ ਵੀ ਤਰ੍ਹਾਂ ਦੀ ਲਿਬਿਲਿਟੀ ਕ੍ਰੀਏਟ ਨਹੀਂ ਹੋਈ। ਐਗਜ਼ਾਮਪਲ ਟੈਕਸ ਲਾਈਡ ਬਾਈ ਦਾ ਗਵਰਨਮੈਂਟ ਆਰ ਰਿਵੈਨਿਊ ਰਿਸਿਪਟ। ਜਦੋਂ ਗਵਰਨਮੈਂਟ ਟੈਕਸ ਲਗਾਉਂਦੀ ਹੈ ਤਾਂ ਗਵਰਨਮੈਂਟ ਨੂੰ ਰਿਵੈਨਿਊ ਰਿਸਿਪਟ ਹੁੰਦੀ ਹੈ। ਤੇ ਦੇ ਡੂ ਨੋਟ ਕ੍ਰੀਏਟ ਐਨੀ ਲਿਬਿਲਿਟੀ, ਇਹ ਕਿਸੇ ਵੀ ਤਰ੍ਹਾਂ ਦੀ ਦੇਣਦਾਰੀ ਕ੍ਰੀਏਟ ਨਹੀਂ ਕਰਦੀ। ਹਾਊਐਵਰ ਐਨੀ ਅਮਾਊਂਟ ਬੋਰੋ ਬਾਈ ਦਾ ਗਵਰਨਮੈਂਟ ਇਜ਼ ਨੋਟ ਅ ਰਿਵੈਨਿਊ ਰਿਸਿਪਟ। ਹੁਣ ਜਦੋਂ ਗਵਰਨਮੈਂਟ ਕਿਸੇ ਤੋਂ ਕੋਈ ਪੈਸਾ ਉਧਾਰ ਲੈਂਦੀ ਹੈ ਤਾਂ ਉਹ ਰਿਵੈਨਿਊ ਰਿਸਿਪਟ ਨਹੀਂ ਹੈ, ਕਿਉਂਕਿ ਜਦੋਂ ਕਿਸੇ ਨੇ ਗਵਰਨਮੈਂਟ ਨੇ ਪੈਸਾ ਉਧਾਰ ਲਿੱਤਾ, ਗਵਰਨਮੈਂਟ ਕੋਲ ਪੈਸਾ ਤਾਂ ਆ ਗਿਆ ਖਰਚ ਕਰਨ ਲਈ, ਪਰ ਗਵਰਨਮੈਂਟ ਨੇ ਉਹ ਪੈਸਾ ਉਧਾਰ ਲਿੱਤਾ ਹੋਇਆ ਪੈਸਾ ਵਾਪਸ ਕਰਨਾ ਵੈ, ਤਾਂ ਇਟ ਕੋਜ਼ ਐਨ ਇਨਕਰੀਜ਼ ਇਨ ਦਾ ਲਿਬਿਲਿਟੀ। ਤਾਂ ਇਹ ਗਵਰਨਮੈਂਟ ਦੀ ਦੇਣਦਾਰੀ ਕ੍ਰੀਏਟ ਹੋ ਗਈ। ਤਾਂ ਇਟ ਪੇਮੈਂਟ ਆਫ ਬੋਰੋ, ਜਦੋਂ ਗਵਰਨਮੈਂਟ ਨੇ ਪੈਸਾ ਉਧਾਰ ਲਿੱਤਾ ਤਾਂ ਗਵਰਨਮੈਂਟ ਨੂੰ ਪੈਸਾ ਵਾਪਸ ਚੁਕਾਉਣਾ ਵੈ, ਤਾਂ ਉਹ ਕਿਹੜੀ ਲਿਬਿਲਿਟੀ ਹੋ ਗਈ, ਉਹ ਕਿਹੜੀ ਕੀ ਹੋ ਗਈ, ਉਹ ਕਿਹੜੀ ਰਿਸਿਪਟ ਹੋ ਗਈ, ਉਹ ਕੈਪੀਟਲ ਰਿਸਿਪਟ ਹੋ ਗਈ। ठीक है, क्योंकि गवर्नमेंट ने उधार लिता है पैसा वापस करना है, लेकिन जो पैसा गवर्नमेंट को टैक्स के थ्रू आता है तो गवर्नमेंट ने वो पैसा वापस नहीं करना। ठीक है, सैकेंड पॉइंट, दी रिसिप्ट मस्ट नॉट कोज डिक्रीज इन द एसेट ऑफ गवर्नमेंट ने इनके लिए किसी भी तरह की कोई प्रॉपर्टी नहीं बेची, तो गवर्नमेंट की किसी भी प्रॉपर्टी के कमी नहीं आई। रिसिप्ट फ्रॉम सेल ऑफ शेयर ऑफ ए पब्लिक। रिसिप्ट मतलब प्राप्ति, जो गवर्नमेंट ने अपने कोई शेयर्स वगैरह बेचे तो वह की हो गया, जो गवर्नमेंट अपने शेयर बेचते तो कैपिटल रिसिप्ट हो गई। क्यों कैपिटल रिसिप्ट होगी, वो इनकी एग्जाम्पल नहीं हैगी रिवेन्यू रिसिप्ट की, वो किंदी एग्जाम्पल है कैपिटल रिसिप्ट की, क्योंकि गवर्नमेंट ने जो अपने शेयर बेचते, गवर्नमेंट को पैसा तो आ गया लेकिन गवर्नमेंट के शेयर तो घट गए ना, तो वो कड़ी प्रॉपर्टी होगी, कड़ी एसेट होगी, वो कड़ी अपनी रिसिप्ट होगी कैपिटल रिसिप्ट। क्लीयर, क्योंकि रिवेन्यू रिसिप्ट के सिर्फ 2 ही पॉइंट आएंगे, एक आएगा टैक्स, एक आएगा नॉन टैक्स। ठीक है, गवर्नमेंट ने अपने शेयर बेच के पैसा कमाया, वो किंदे अंडर आ जाऊगा, कैपिटल रिसिप्ट के अंडर आ जाएगा। गवर्नमेंट ने पैसा उधार लिया, वो भी किंदे अंडर आ जाएगा, कैपिटल रिसिप्ट के, क्योंकि इहदे नाल गवर्नमेंट की क्रिएट की हुई है, लायबिलिटी क्रिएट हुई है। जो गवर्नमेंट ने अपने शेयर बेच के पैसा कमाया तो इहदे नाल की होया, गवर्नमेंट की प्रॉपर्टी घट गई, प्रॉपर्टी रिड्यूस होगी ना, तो कैपिटल रिसिप्ट के अंडर आएंगे। मैनूं लगदा क्लीयर हो गया होएगा हुण तां। ठीक है, उस तो बाद की सीगा, तो अदे टैक्स सीगे, हुण आपां अगे टैक्स पढ़ांगे। सोर्सिस ऑफ टैक्स, चलो टाइप ऑफ टैक्स। टैक्स देखो आप पढ़िया से गवर्नमेंट इनकम दो टाइप्स तो होएगी, एक टैक्स तो एक की आएगी नॉन टैक्स। पहले आप टैक्स पढ़िए। टैक्स 2 तरह के होंगे ने, एक होंगे डायरैक्ट टैक्स, एक होंगे इनडायरैक्ट टैक्सिस। हुण तुहानूं डायरैक्ट टैक्सिस पता ही है, डायरैक्ट टैक्सिस होंगे ने जो कि अपने तो खुद ते पैंदे ने, आपां उहनूं किसी दूसरे परसन ते नहीं टाल सकते, जिवें इनकम टैक्स, वैल्थ टैक्स, प्रॉपर्टी टैक्स। ठीक है, ये जिंदी जिन्नी इनकम है और उन्हें ही पे करना पेगा अपनी इनकम के अकॉर्डिंग। ये हुण जिवें सपोज मैं 1 लाख रुपीज़ कमा रही है, मैं कहां टैक्स तुसीं पे कर दो, कोई दूसरा क्यों पे करेगा, जिहड़ा पैसा ही कमाएगा वही पे करेगा ना। ये हुंदा डायरैक्ट पर्सन, डायरैक्ट टैक्स। इनडायरैक्ट टैक्स हुंदा जिन्हों असीं ईजीली दूसरे ते टाल सकते, जिवें सेल टैक्स, वैट टैक्स हो गया। ठीक है, एक्साइज ड्यूटी। ठीक है, इस तरह के टैक्स होंगे ने। डायरैक्ट टैक्सिस दे आर imposed on property and income of individual and company are paid directly by the government। एक किसी कंपनी ते या किसी इंडिविजुअल परसन ते उनकी प्रॉपर्टी के अकॉर्डिंग पैंदे ने, जो कि डायरैक्टली पे करने पैंदे ने गवर्नमेंट नूं। द लिबिलिटी टू पे ऑफ टैक्स, एक्चुअली बर्डन ऑफ टैक्स लाई ऑन द सेम परसन। ये जी टैक्स की जी पेमेंट करनी होंगी है, इनका बर्डन उस परसन पर पेगा जिन्हें इनू पे करना वै, तो कैन नॉट बी शिफ्ट टू अदर्स। ये दूसरे परसन तेन टाल नहीं सकता, क्योंकि जरा जिन्नी इनकम कमाएगा उन्होंने अपनी इनकम के अकॉर्डिंग टैक्स देना पेगा। ये दूसरा परसन उनकी टैक्स पे नहीं करेगा, तो दूसरे परसन तेन टाल नहीं सकता, जिवें इनकम टैक्स, वैल्थ टैक्स। अगे इनडायरैक्ट टैक्सिस प्रेफर टू दो टैक्स विच इफेक्ट हिज द इनकम एंड द प्रॉपर्टी ऑफ इंडिविजुअल एंड कंपनी थ्रू देयर कंजम्पशन एक्सपेंडिचर। वैट, GST, इंटरटेनमेंट टैक्स हो गया, एक्साइज ड्यूटीज़ हो गई। ठीक है, इस तरह के कई टैक्स होंगे ने जो कि आप दूसरे परसन से टाल सकते हैं। हुण सेल टैक्स, आप सपोज मार्केट के कोई बुक लैन गए हैं, उनके तो ऑलरेडी पहले टैक्स इंकलूड है, आपको नहीं पता कितना है, पहला शॉपकीपर लैके आई सी टैक्स पे करके, उन्होंने ईजिली वो टैक्स अपने ते टालता, क्योंकि जो उस चीज़ को खरीदेगा उन्होंने टैक्स पे करना पेगा। ईवन कि आप एक टॉफी भी लेने, उन्हें टैक्स इंकलूड होंदा वै। ठीक है, हुण जे दोवां च डिफरेंसिस दसना होवे तो डायरैक्ट टैक्सिस पर पता होंदा कि असीं कितना पे कर रहे हैं, लेकिन इनडायरैक्ट टैक्सिस बारे आप पे तो कर रहे हैं पर सानू नहीं पता कि असीं कितना टैक्स पे कर रहे हैं। हुण तुसीं 1 रुपये की टॉफी लैके आ गए, पर उहदे च टैक्स ऐड सी, हुण तुहानूं पता कितना टैक्स लगा। इनडायरैक्ट टैक्सिस बारे सानू नॉलेज नहीं हुंदी कि ये कितना लगाया गया, असीं कितना पे किया वै। डायरैक्ट टैक्सिस नूं असीं दूसरे परसन ते टाल नहीं सकते, इनडायरैक्ट टैक्सिस नूं असीं दूसरे परसन ते की ईजिली शिफ्ट कर सकते हैं। ठीक है, हुण अगला दूसरा पॉइंट आ गया इहदा नॉन टैक्स रिवैन्यू।
टैक्स ਦੇ ਵਿੱਚ ਤਾਂ ਦੋ ਤਰ੍ਹਾਂ ਦੇ ਪਾਰਟ ਹੀ ਆ ਗਏ ਸੀ, ਡਾਇਰੈਕਟ ਟੈਕਸਿਸ ਹੁੰਦਾ, ਇੱਕ ਕਿਹੜਾ ਹੁੰਦਾ ਵਾ ਇਨਡਾਇਰੈਕਟ ਟੈਕਸਿਸ। ਹੁਣ ਦੂਸਰਾ ਆ ਗਿਆ ਨੋਨ ਟੈਕਸ ਰਿਵੈਨਿਊ। ਨੋਨ ਟੈਕਸ ਮਤਲਬ ਕਿ ਗਵਰਨਮੈਂਟ ਨੂੰ ਇਨਕਮ ਹੋਰ ਵੀ ਟੈਕਸ ਤੋਂ ਇਲਾਵਾ ਵੀ ਗਵਰਨਮੈਂਟ ਨੂੰ ਇਨਕਮ ਕ੍ਰੀਏਟ ਹੁੰਦੀ ਹੈ, ਪਰ ਜਿਹਦੇ ਨਾਲ ਨਾ ਤਾਂ ਗਵਰਨਮੈਂਟ ਦੀ ਕੋਈ ਲਿਬਿਲਿਟੀ ਕ੍ਰੀਏਟ ਹੋਈ ਹੈ, ਨਾ ਹੀ ਗਵਰਨਮੈਂਟ ਦੀ ਕੋਈ ਪ੍ਰੋਪਰਟੀ ਕੱਟੀ ਹੈ। ਉਹ ਕਿਹੜਾ ਹੋ ਗਿਆ ਇੰਟਰਸਟ। ਗਵਰਨਮੈਂਟ ਰਿਸੀਵ ਇੰਟਰਸਟ ਔਨ ਲੋਨ। ਗਵਰਨਮੈਂਟ ਨੇ ਜਦੋਂ ਕਿਸੇ ਨੂੰ ਪੈਸਾ ਉਧਾਰ ਦਿੱਤਾ ਤਾਂ ਗਵਰਨਮੈਂਟ ਨੂੰ ਬਦਲੇ 'ਚ ਕੀ ਮਿਲੂਗਾ ਇੰਟਰਸਟ। ਗਵਰਨਮੈਂਟ ਨੇ ਹੁਣ ਇੰਟਰਸਟ ਵਾਪਸ ਕਰਨਾ ਨਹੀਂ ਕਰਨਾ, ਤੇ ਨਾ ਹੀ ਗਵਰਨਮੈਂਟ ਦੀ ਪ੍ਰੋਪਰਟੀ ਕੱਟੀ, ਨਾ ਹੀ ਗਵਰਨਮੈਂਟ ਨੇ ਪੈਸਾ ਵਾਪਸ ਕਰਨਾ ਹੈ। ਫੀਸ, ਜਦੋਂ ਹੁਣ ਆਪਾਂ ਕੋਈ ਵੀ ਟੈਸਟ ਫੋਰਮ ਫਿਲ ਕਰਦੇ ਹਾਂ, ਠੀਕ ਹੈ, ਜਾਂ ਆਪਾਂ ਕੋਈ ਵੀ ਲਾਇਸੈਂਸ ਲੈਣਾ, ਲਾਇਸੈਂਸ ਫੀਸ ਵਗੈਰਾ ਲੱਗਦੀ ਹੈ, ਤਾਂ ਉਹ ਗਵਰਨਮੈਂਟ ਨੂੰ ਆਪਾਂ ਗਵਰਨਮੈਂਟ ਆਪ ਨੂੰ ਵਾਪਸ ਕਰੂਗੀ ਉਹ ਪੈਸਾ ਨਹੀਂ ਵਾਪਸ ਕਰੂਗੀ। ਆਪਾਂ ਪਲੱਸ 2 ਦੇ ਵਿੱਚ ਤੁਸੀਂ ਐਡਮਿਸ਼ਨ ਫੋਰਮ ਫਿਲ ਕਰੋਗੇ ਆਪਣੇ ਬੋਰਡ ਦੇ ਵਾਸਤੇ, ਆਪਾਂ ਆਣਗੇ ਤੁਹਾਡੇ ਫੋਰਮ, ਉਹ ਫੋਰਮ ਫਿਲ ਕਰੋਗੇ ਤਾਂ ਤੁਸੀਂ ਚਾਹੇ ਪੇਪਰ ਦਿਓ ਚਾਹੇ ਨਾ ਦਿਓ, ਉਹ ਪੈਸੇ ਤੁਹਾਨੂੰ ਗਵਰਨਮੈਂਟ ਵਾਪਸ ਕਰੂਗੀ ਨਹੀਂ ਕਰੂਗੀ। ਦੇਖਿਆ, ਨਾ ਹੀ ਤਾਂ ਗਵਰਨਮੈਂਟ ਦੀ ਪ੍ਰੋਪਰਟੀ ਕੱਟੀ ਹੈ, ਨਾ ਹੀ ਗਵਰਨਮੈਂਟ ਦੀ ਦੇਣਦਾਰੀ ਕ੍ਰੀਏਟ ਹੋਈ ਹੈ। ਠੀਕ ਹੈ, ਐਕਸਪਲੇਨ ਤੁਸੀਂ ਪੜ੍ਹ ਲਿਓ, ਤੁਹਾਨੂੰ ਨਾਲ ਸ਼ੋ ਹੋ ਰਹੀ ਹੈ। ਲਾਇਸੈਂਸ ਫੀਸ, ਜਦੋਂ ਤੁਸੀਂ ਕਿਸੇ ਚੀਜ਼ ਦਾ ਕੋਈ ਲਾਇਸੈਂਸ ਬਣਵਾਉਣਾ ਹੁੰਦਾ ਹੈ, ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਾਰ ਵਗੈਰਾ ਦਾ, ਠੀਕ ਹੈ, it is payment charged by the government to grant permission of something, license fees paid for permission for keeping a gun, to obtain national permit for commercial vehicles ਵਗੈਰਾ। ਤੁਸੀਂ ਕੋਈ ਵਹੀਕਲ ਵਗੈਰਾ ਲੈਣਾ ਹੁੰਦਾ ਲਾਇਸੈਂਸ ਬਣਾਉਣਾ ਪਊਗਾ, ਜੇ ਤੁਸੀਂ ਆਪਣੇ ਕੋਲ ਗਨ ਰੱਖਣਾ ਚਾਹੁੰਦੇ ਹੋ ਤਾਂ ਉਹਦਾ ਤੁਹਾਨੂੰ ਲਾਇਸੈਂਸ ਲੈਣਾ ਪਊਗਾ। ਇਸ ਤੋਂ ਇਲਾਵਾ ਵੀ ਬਹੁਤ ਲਾਇਸੈਂਸ ਹੁੰਦੇ ਨੇ, ਉਹਦੀ ਫੀਸ ਤੁਸੀਂ ਗਵਰਨਮੈਂਟ ਨੂੰ ਪੇ ਕਰੋਗੇ, ਪਰ ਗਵਰਨਮੈਂਟ ਤੁਹਾਨੂੰ ਵਾਪਸ ਕਰੂਗੀ ਨਹੀਂ। ਤੇ ਗਵਰਨਮੈਂਟ ਨੇ ਇਹਦੇ ਲਈ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ ਨਹੀਂ, ਤਾਂ ਇਹ ਰੈਵਨਿਊ ਰਿਸਿਪਟ ਹੋ ਗਿਆ। ਬਸ ਰੈਵਨਿਊ ਰਿਸਿਪਟ ਉਹ ਸਾਰੀ ਇਨਕਮ ਜਿਹੜੀ ਗਵਰਨਮੈਂਟ ਨੂੰ ਮਿਲ ਰਹੀ ਹੈ, ਜਿਹਦੇ ਨਾਲ ਨਾ ਤਾਂ ਗਵਰਨਮੈਂਟ ਨੂੰ ਪੈਸਾ ਵਾਪਸ ਕਰਨਾ ਹੈ, ਨਾ ਹੀ ਉਹਦੇ ਲਈ ਗਵਰਨਮੈਂਟ ਨੇ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ। ਬਸ ਕੈਪੀਟਲ ਰਿਸਿਪਟ 'ਚ ਉਲਟ ਹੋ ਜਾਏਗਾ ਸਾਰਾ, ਗਵਰਨਮੈਂਟ ਨੇ ਉਹ ਪੈਸਾ ਵਾਪਸ ਵੀ ਕਰਨਾ ਹੋਊਗਾ ਜਾਂ ਗਵਰਨਮੈਂਟ ਨੇ ਉਹਦੇ ਲਈ ਆਪਣੀ ਕੋਈ ਚੀਜ਼ ਵੇਚੀ ਹੈ। ਕਲੀਅਰ। ਫਾਈਨ ਐਂਡ ਪੈਨਲਟੀ। ਫਾਈਨ, ਆ ਦੇਖੋ ਪਿਕਚਰ ਕ੍ਰੀਏਟ ਹੋ ਰਹੀ ਹੈ, ਕਿਸੇ ਦਾ ਚਲਾਨ ਕੱਟਿਆ ਗਿਆ, ਫਾਈਨ ਪੈ ਗਿਆ ਇਹਨਾਂ ਨੂੰ। ਹੁਣ ਗਵਰਨਮੈਂਟ ਇਹ ਫਾਈਨ ਆਪ ਨੂੰ ਵਾਪਸ ਕਰੂਗੀ ਨਹੀਂ ਕਰੂਗੀ। ਗਵਰਨਮੈਂਟ ਨੇ ਆਪਣੀ ਕੋਈ ਪ੍ਰੋਪਰਟੀ ਵੇਚੀ ਹੈ ਨਹੀਂ ਵੇਚੀ। ਬਸ ਦੇ ਰੈਫਰ ਟੂ ਦੋਜ਼ ਪੇਮੈਂਟ ਵਿਚ ਆਰ ਇੰਪੋਜ਼ ਫੋਰ ਲਾ ਬ੍ਰੇਕਰ। ਜਦੋਂ ਆਪਾਂ ਕੋਈ ਕਿਸੇ ਦੇ ਕੋਈ ਲਾਅ ਤੋੜ ਦਿੰਦੇ ਹਾਂ ਤਾਂ ਆਪਾਂ ਨੂੰ ਕੋਈ ਪੈਨਲਟੀ ਪੈ ਜਾਂਦੀ ਹੈ, ਜੁਰਮਾਨਾ ਪੈ ਜਾਂਦਾ ਹੈ, ਤਾਂ ਉਹ ਵੀ ਗਵਰਨਮੈਂਟ ਦੀ ਰਿਸਿਪਟ ਰੈਵਨਿਊ ਹੈ। ਸ਼ੀਟਸ ਕੀ ਹੁੰਦੀਆਂ ਨੇ, ਜਦੋਂ ਕੋਈ ਪਰਸਨ ਡੈਥ ਹੋ ਜਾਂਦੀ ਹੈ ਕਿਸੇ ਪਰਸਨ ਦੀ, ਠੀਕ ਹੈ, ਡੈਥ ਹੋਣ ਤੋਂ ਬਾਅਦ ਉਹਦਾ ਕੋਈ ਵਾਰਿਸ ਨਹੀਂ ਹੁੰਦਾ, ਤਾਂ ਬੈਂਕ ਦੇ ਵਿੱਚ ਜਿਹੜਾ ਉਹਦਾ ਅਕਾਊਂਟ ਹੁੰਦਾ ਵੈ, ਪੈਸੇ ਹੁੰਦੇ ਨੇ, ਜਾਂ ਉਹਦੀ ਕੋਈ ਉਂਝ ਕੋਈ ਉਹਦਾ ਪ੍ਰੋਪਰਟੀ ਹੁੰਦੀ ਹੈ, ਉਹ ਸਾਰੀ ਕਿਹਦੇ ਅੰਡਰ ਆ ਜਾਊਗੀ ਗਵਰਨਮੈਂਟ ਦੀ। ਹੁਣ ਗਵਰਨਮੈਂਟ ਉਹ ਵਾਪਸ ਕਰੂਗੀ ਨਹੀਂ, ਕਿਉਂਕਿ ਉਹਦਾ ਕੋਈ ਵਾਰਿਸ ਹੀ ਨਹੀਂ ਹੈਗਾ ਜਦ ਤੱਕ। ਥੋੜ੍ਹਾ ਟਾਈਮ ਵੇਟ ਕਰਨ ਤੋਂ ਬਾਅਦ, ਜਿੰਨਾ ਵੀ ਟਾਈਮ ਲਿਮਿਟ ਹੁੰਦੀ ਹੈ, ਉਸ ਤੋਂ ਬਾਅਦ ਜੇ ਕੋਈ ਵੀ ਦਾਅਵੇਦਾਰ ਪੈਦਾ ਨਹੀਂ ਹੁੰਦਾ ਤਾਂ ਉਹ ਸਾਰੀ ਪ੍ਰੋਪਰਟੀ ਕਿਹਦੇ ਅੰਡਰ ਆ ਜਾਊਗੀ ਗਵਰਨਮੈਂਟ ਦੇ। ਇਹਦੇ ਲਈ ਵੀ ਗਵਰਨਮੈਂਟ ਨੇ ਨਾ ਤਾਂ ਕੋਈ ਪ੍ਰੋਪਰਟੀ ਵੇਚੀ ਆਪਣੀ, ਨਾ ਹੀ ਗਵਰਨਮੈਂਟ ਨੇ ਵਾਪਸ ਕਰਨਾ ਹੈ। ਠੀਕ ਹੈ, ਅੱਗੇ ਗਿਫਟ ਐਂਡ ਗ੍ਰਾਂਟਸ। ਗਵਰਨਮੈਂਟ ਨੂੰ ਬਹੁਤ ਗਿਫਟ ਐਂਡ ਗ੍ਰਾਂਟਸ ਵੀ ਆਉਂਦੇ ਨੇ, ਦਿੰਦੇ ਵੀ ਹੈ ਆਉਂਦੇ ਵੀ ਹੈ। ਜਦੋਂ ਜਿਹੜੇ ਦਿੰਦੇ ਨੇ ਉਹ ਐਕਸਪੈਂਡੀਚਰ 'ਚ ਆ ਜਾਊਗਾ, ਪਰ ਆਪਾਂ ਰਿਸਿਪਟ ਦੀ ਗੱਲ ਕਰ ਰਹੇ ਹਾਂ ਨਾ, ਆਪਾਂ ਰਿਸਿਪਟ ਦੀ ਗੱਲ ਕਰਾਂਗੇ ਫਿਰ ਤੁਸੀਂ ਕਨਫਿਊਜ਼ ਹੋ ਜਾਓਗੇ। ਜਦੋਂ ਗਵਰਨਮੈਂਟ ਨੂੰ ਕੋਈ ਰਿਸਿਪਟ ਕੋਈ ਬਾਹਰੋਂ ਫੋਰਨਰ ਤੋਂ ਕੋਈ ਆਉਂਦਾ ਹੈ, ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਮਿਨਿਸਟਰ ਆਉਂਦਾ ਹੈ, ਉਹ ਆਪਣੀ ਇੰਡੀਆ ਲਈ ਗਿਫਟ ਲੈ ਕੇ ਆਉਂਦਾ ਹੈ, ਤਾਂ ਉਹ ਗਵਰਨਮੈਂਟ ਦੀ ਰਿਸਿਪਟ ਹੋ ਗਈ। ਗਵਰਨਮੈਂਟ ਰਿਸੀਵ ਗਿਫਟ ਐਂਡ ਗ੍ਰਾਂਟਸ। ਹੁਣ ਆਪਾਂ ਲੋਕਡਾਊਨ ਦੇ ਦੌਰਾਨ ਆਪ ਨੂੰ ਕਿੰਨੇ ਕੋਈ ਹੈਲਪ ਕਰ ਰਹੇ ਨੇ, ਕਿੰਨੇ ਪੈਸੇ, ਕੋਈ ਕਿੰਨੇ ਪੈਸੇ ਦਾਨ ਕਰ ਰਿਹਾ, ਕੋਈ ਕਿੰਨੇ ਦੇ ਰਿਹਾ, ਕੋਈ ਕਹਿ ਰਿਹਾ ਕਿ ਉਸ ਹੀਰੋ ਨੇ ਇੰਨੇ ਪੈਸੇ ਕਰਤੇ, ਉਸ ਪਲੇਅਰ ਨੇ ਇੰਨੇ ਪੈਸੇ ਦਾਨ ਕਰਤੇ, ਉਹਨੇ ਇੰਨੇ ਪੈਸੇ ਦੇਤੇ, ਹੈ ਨਾ, ਕਿੰਨਾ ਪੜ੍ਹਦੇ ਆ। ਗਵਰਨਮੈਂਟ ਇਹ ਪੈਸਾ ਉਹਨੂੰ ਵਾਪਸ ਕਰੂਗੀ ਨਹੀਂ, ਕਿਉਂਕਿ ਤਾਂ ਗਿਫਟ ਹੈ, ਗ੍ਰਾਂਟ ਹੈ। ਗ੍ਰਾਂਟ ਕਹਿ ਸਕਦੇ ਇਹਨੂੰ, ਗਿਫਟ ਨਹੀਂ, ਗ੍ਰਾਂਟ ਹੈ, ਇਹ ਵਾਪਸ ਨਹੀਂ। ਜਦੋਂ ਕੋਈ ਸੁਨਾਮੀ ਆ ਜਾਂਦੀ ਹੈ, ਹੜ੍ਹ ਭੂਚਾਲ ਆ ਜਾਂਦਾ ਹੈ, ਤਾਂ ਕਿੰਨੇ ਦੇਸ਼ ਜਾਂ ਕਿੰਨੇ ਇੰਡੀਵਿਜੂਅਲੀ ਵੀ ਆਪਾਂ ਹੈਲਪ ਕਰਦੇ ਹਾਂ, ਹੈ ਨਾ, ਵੀ ਉਹਨੇ ਇੰਨਾ ਪੈਸਾ ਦਾਨ ਕਰਤਾ, ਉਹਨੇ ਇੰਨਾ ਪੈਸਾ ਦਾਨ ਕਰਤਾ, ਉਹ ਵੀ ਗਵਰਨਮੈਂਟ ਦੀ ਰੈਵਨਿਊ ਰਿਸਿਪਟ ਹੈ, ਕਿਉਂਕਿ ਗਵਰਨਮੈਂਟ ਨੂੰ ਪੈਸਾ ਵਾਪਸ ਨਹੀਂ ਕਰਨਾ। ਅੱਗੇ ਆ ਗਿਆ ਫੋਰਫੀਚਰਸ। ਫੋਰਫੀਚਰਸ ਕੀ ਹੁੰਦੇ ਨੇ, ਦੀਜ਼ ਆਰ ਇਨ ਦਾ ਫੋਰਮ ਆਫ ਪੈਨਲਟੀ ਵਿਚ ਆਰ ਇੰਪੋਜ਼ਡ ਬਾਈ ਦਾ ਕੋਰਟ ਆਫ ਨੋਨ ਕੰਪਲਾਇੰਸ ਆਫ ਦੇਅਰ ਕੰਟਰੈਕਟ ਸੈਕਟਰ। ਮਤਲਬ ਕਿ ਜਦੋਂ ਆਪਾਂ ਕਿਸੇ ਤੋਂ ਆਪਾਂ ਕੋਈ ਵੀ RDS ਵਗੈਰਾ ਕਰਾ ਲੈਂਦੇ ਹਾਂ, ਜਾਂ ਕੋਈ ਵੀ ਆਪਾਂ ਲੋਨ ਵਗੈਰਾ ਲੈਂਦੇ ਹਾਂ, ਚਲੋ ਲੋਨ ਦੀ ਗੱਲ ਲੈ ਕੇ ਚੱਲਦੇ ਐਗਜ਼ਾਮਪਲ, ਤਾਂ ਇਹਦੀ ਲਿਮਟ ਹੁੰਦੀ ਹੈ ਕਿ ਇੰਨੀ ਲਿਮਟ ਹਰੇਕ ਮਹੀਨੇ ਬਾਅਦ ਆਪਾਂ ਇੰਨੀ ਦੀ ਕਿਸ਼ਤ ਭਰਨੀ ਹੈ ਨਾ। ਪਰ ਜਦੋਂ ਆਪਾਂ ਉਹ ਨਹੀਂ ਭਰ ਪਾਉਂਦੇ ਜਾਂ ਹੈ ਨਾ, ਆਪਾਂ ਕਿਸੇ ਕਾਰਨ ਆਪਣੀ ਇਨਕਮ ਦਾ ਸੋਰਸਿਸ ਖਤਮ ਹੋ ਗਿਆ, ਅਸੀਂ ਜਿਹੜਾ ਲੋਨ ਲਿਆ ਸੀ ਅਸੀਂ ਨਹੀਂ ਭਰੇ, ਤਾਂ ਜਿੰਨਾ ਅਸੀਂ ਲੋਨ ਭਰ ਚੁੱਕੇ ਸੀ ਉਹ ਸਾਰਾ ਕਿਹਦੇ ਅੰਡਰ ਆ ਜਾਊਗਾ, ਗਵਰਨਮੈਂਟ ਦੇ ਅੰਡਰ ਆ ਜਾਊਗਾ। ਠੀਕ ਹੈ, ਕਿ ਇਸ ਤਰ੍ਹਾਂ ਦੀ ਪੈਨਲਟੀ ਜੋ ਕਿ ਅਸੀਂ ਪੂਰੀ ਨਹੀਂ ਕਰ ਪਾਈ, ਅਸੀਂ ਕਿਹਾ ਸੀ ਕਿ ਅਸੀਂ ਇੰਨੇ ਟਾਈਮ ਦੇ ਲਈ ਲੋਨ ਲਿੱਤਾ, ਇੰਨੇ ਟਾਈਮ ਦੇ ਵਿੱਚ ਅਸੀਂ ਵਾਪਸ ਕਰ ਦਾਂਗੇ, ਪਰ ਅਸੀਂ ਵਾਪਸ ਨਹੀਂ ਕਰ ਪਾਈ, ਤਾਂ ਜਿਹੜੀ ਸਿਕਿਉਰਿਟੀ ਅਸੀਂ ਲੋਨ ਦੇ ਲਈ ਰੱਖੀ ਸੀ ਉਹ ਕਿਹਦੇ ਅੰਡਰ ਆ ਜਾਊਗੀ, ਗਵਰਨਮੈਂਟ ਦੇ ਅੰਡਰ ਆ ਜਾਏਗੀ। ਇਹਨੂੰ ਬੋਲਦੇ ਨੇ ਫੋਰਫੀਚਰਸ, ਯਾਨੀ ਕਿ ਅਸੀਂ ਕੋਈ ਵੀ ਜਿਹੜਾ ਆਪਣੇ ਕੰਟਰੈਕਟ ਕੀਤਾ ਸੀ ਉਸ ਕੰਟਰੈਕਟ ਨੂੰ ਅਸੀਂ ਪੂਰਾ ਨਹੀਂ ਕਰ ਪਾਈ, ਤੇ ਜਿਹਦੇ ਕਰਕੇ ਕੰਟਰੈਕਟ ਦਾ ਜਿਹੜਾ ਵੀ ਅੰਦਰ ਆਪਣੀ ਸਿਕਿਉਰਿਟੀ ਸੀ ਉਹ ਕੌਣ ਜ਼ਬਤ ਕਰ ਲੂਗਾ, ਗਵਰਨਮੈਂਟ। ਨੀਲਾਮੀ ਵਗੈਰਾ ਹੁੰਦੀ ਹੈ ਨਾ ਸਾਰੀ, ਉਹ ਇਹਦੇ ਅੰਡਰ ਆ ਜਾਂਦੀ ਹੈ। ਸਪੈਸ਼ਲ ਅਸੈਸਮੈਂਟ। ਸਪੈਸ਼ਲ ਅਸੈਸਮੈਂਟ ਦਾ ਮਤਲਬ ਕੀ ਹੁੰਦਾ ਵੈ ਕਿ ਜਿਵੇਂ ਗਵਰਨਮੈਂਟ ਨਹੀਂ ਹੈ, ਹਰੇਕ ਜਿਹੜੀ ਕੰਪਨੀ ਹੁੰਦੀ ਹੈ, ਕੰਪਨੀ ਦੇ ਟੈਕਸ ਲੱਗਾ ਹੁੰਦਾ ਨਾ, ਕਿ ਪ੍ਰੋਫਿਟ ਦੇ ਵਿੱਚ ਇੰਨਾ ਸ਼ੇਅਰ ਗਵਰਨਮੈਂਟ ਦਾ ਹੁੰਦਾ ਵੈ, ਹੈ ਨਾ, ਟੈਕਸ ਪੇ ਕਰਨਾ ਹੁੰਦਾ ਹੈ, ਅਤੇ ਕਈ ਆਪਣੀ ਖੁਸ਼ੀ ਦੇ ਨਾਲ ਗਵਰਨਮੈਂਟ ਨੂੰ ਦੇ ਦੇਣਾ ਕਿ ਗਵਰਨਮੈਂਟ ਨੇ ਇਸ ਤਰ੍ਹਾਂ ਦੀ ਪੋਲਿਸੀ ਚਲਾਈ, ਉਸ ਪੋਲਿਸੀ ਦੇ ਕਰਕੇ ਕਿਸੇ ਇੰਡਸਟਰੀ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵੱਧ ਗਈ। ਗਵਰਨਮੈਂਟ ਨੇ ਪੋਲਿਸੀ ਚੇਂਜ ਕੀਤੀ, ਹੁਣ ਵੱਡੇ ਟਾਟਾ ਬਿਰਲਾ ਵਰਗੇ ਗਏ, ਗਵਰਨਮੈਂਟ ਨੂੰ ਵੈਸੇ ਹੀ ਪੈਸੇ ਦਿੰਦੇ ਰਹਿੰਦੇ ਨੇ, ਉਹ ਕਿਹਦੇ ਅੰਡਰ ਆ ਜਾਂਦੀ ਅਸੈਸਮੈਂਟ ਦੀ। ਵੀ ਗਵਰਨਮੈਂਟ ਨੇ ਇਸ ਤਰ੍ਹਾਂ ਦੀ ਪੋਲਿਸੀ ਚਲਾਈ ਜਿਨ੍ਹਾਂ ਕਰਕੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਇੰਕਰੀਜ਼ ਹੋ ਗਈ, ਤਾਂ ਉਹ ਆਪਣੀ ਖੁਸ਼ੀ ਦੇ ਨਾਲ ਗਵਰਨਮੈਂਟ ਨੂੰ ਕੁਛ ਦੇ ਰਹੇ ਨੇ,
ਤਾਂ ਉਹ ਕੀ ਆ ਜਾਂਦਾ ਸਪੈਸ਼ਲ ਅਸੈਸਮੈਂਟ। ਇਟ ਰੈਫਰ ਟੂ ਦ ਪੇਮੈਂਟ ਮੇਡ ਬਾਈ ਦ ਓਨਰ ਆਫ ਦੋਜ਼ ਪ੍ਰੋਪਰਟੀਜ਼ whose value has appreciated due to development activity of the government expenditure is recovered, ਕਿ ਗਵਰਨਮੈਂਟ ਦੇ ਖਰਚ ਕਰਨ ਦੇ ਕਰਕੇ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਐਕਟੀਵਿਟੀ ਸੀ ਬਹੁਤ ਜ਼ਿਆਦਾ ਵੱਧ ਗਈ, ਐਪਰੀਸ਼ੀਏਟ ਹੋ ਗਈ, ਜਿਹਦੇ ਕਰਕੇ ਉਹ ਆਪਣੀ ਪ੍ਰੋਪਰਟੀ ਦੇ ਵਿੱਚੋਂ ਜਾਂ ਆਪਣੀ ਖੁਸ਼ੀ ਦੇ ਨਾਲ ਗਵਰਨਮੈਂਟ ਨੂੰ ਕੁਝ ਦੇ ਰਹੇ ਨੇ। ਇਹ ਕੀ ਹੁੰਦੀ ਹੈ ਸਪੈਸ਼ਲ ਅਸੈਸਮੈਂਟ। ਠੀਕ ਹੈ, ਇਹ ਸੀ ਤੁਹਾਡੀਆਂ ਆਪਾਂ ਪੜ੍ਹਿਆ ਸੀ ਅੱਜ ਹਾਂ ਰਿਵੈਨਿਊ ਰਿਸਿਪਟ। ਠੀਕ ਹੈ, ਰਿਵੈਨਿਊ ਰਿਸਿਪਟ ਦੇ ਅੰਦਰ ਕੀ ਪੜ੍ਹ ਲਿਆ ਆਪਾਂ? ਪਹਿਲਾਂ ਰਿਵੈਨਿਊ ਰਿਸਿਪਟ ਦਾ ਮਤਲਬ ਪੜ੍ਹਿਆ ਸੀਗਾ ਕਿ ਇਹਦੇ ਨਾਲ ਨਾ ਤਾਂ ਗਵਰਨਮੈਂਟ ਦੀ ਕੋਈ ਪ੍ਰੋਪਰਟੀ ਰਿਡਿਊਸ ਹੋਈ ਹੈ, ਨਾ ਹੀ ਲਾਇਬਿਲਿਟੀ ਕ੍ਰੀਏਟ ਹੋਈ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਟੈਕਸ, ਇੱਕ ਹੁੰਦੀ ਹੈ ਨੋਨ ਟੈਕਸ। ਟੈਕਸ ਦੇ ਵਿੱਚ ਕੀ ਆ ਗਿਆ ਸੀ? ਡਾਇਰੈਕਟ ਟੈਕਸਿਸ ਤੇ ਇਨਡਾਇਰੈਕਟ ਟੈਕਸਿਸ। ਨੋਨ ਟੈਕਸ ਦੇ ਵਿੱਚ ਕੀ ਆ ਗਿਆ ਸੀ? ਇੰਟਰਸਟ, ਫੀਸ, ਲਾਇਸੈਂਸ ਫੀਸ, ਫਾਈਨ ਐਂਡ ਪੈਨਲਟੀ, ਅਸ਼ੀਟਸ, ਗਿਫਟ ਐਂਡ ਗ੍ਰਾਂਟਸ, ਫੋਰਫੀਚਰ, ਸਪੈਸ਼ਲ ਅਸੈਸਮੈਂਟਸ। ਇਹ ਸਾਰੇ ਪੁਆਇੰਟਸ ਧਿਆਨ ਨਾਲ ਪੜ੍ਹ ਲੈਣੇ ਹੈ ਕਿਉਂਕਿ 1 ਮਾਰਕਸ ਦੇ ਵਿੱਚ ਕੁਐਸਚਨ ਆ ਜਾਂਦਾ ਕਿ ਫੋਰਫੀਚਰਸ ਕੀ ਹੈ, ਸਪੈਸ਼ਲ ਅਸੈਸਮੈਂਟਸ ਕੀ ਹੈ, ਅਸ਼ੀਟਸ ਕਿਹਨੂੰ ਬੋਲਦੇ ਨੇ, ਫਾਈਨ ਪੈਨਲਟੀ, ਲਾਇਸੈਂਸ ਫੀ, ਆਹ ਤਾਂ ਨਹੀਂ ਆਉਂਦੇ। ਚਲੋ ਅਸ਼ੀਟਸ ਹੋ ਜਾਂਦੀ ਹੈ ਜਿਵੇਂ ਫੋਰਫੀਚਰ, ਸਪੈਸ਼ਲ ਅਸੈਸਮੈਂਟ। ਇਹ ਤੁਹਾਡੇ ਅਕਾਊਂਟਸ ਕਮਰਸ ਵਾਲੇ ਬੱਚੇ ਹੋ ਤਾਂ ਤੁਹਾਨੂੰ ਅਕਾਊਂਟਸ ਦੇ ਵਿੱਚ ਅਤੇ ਬਿਜ਼ਨਸ ਸਟੱਡੀ ਦੇ ਵਿੱਚ ਵੀ ਕੰਮ ਆਉਣਗੇ ਪੁਆਇੰਟਸ। ਠੀਕ ਹੈ, ਅੱਜ ਜਿੰਨਾ ਹੀ ਕਰਾਂਗੇ, ਮੈਨੂੰ ਲੱਗਦਾ ਕੈਪੀਟਲ ਸ਼ਿਫਟ ਕਰਾਂਗੇ ਤਾਂ ਜ਼ਿਆਦਾ ਹੋ ਜਾਏਗਾ। ਇੱਕ ਮਿੰਟ ਮੈਂ ਦੇਖਾਂ ਕੈਪੀਟਲ ਸ਼ਿਫਟ ਦੇ ਵਿੱਚ ਕੀ ਆਏਗਾ। ਹਾਂ ਜ਼ਿਆਦਾ ਹੀ ਹੋ ਜਾਏਗਾ। ਚਲੋ ਅੱਜ ਲਈ ਇੰਨਾ ਹੀ ਬਹੁਤ ਹੈ, ਕੈਪੀਟਲ ਸ਼ਿਫਟ ਆਪਾਂ ਕੱਲ੍ਹ ਕਰਾਂਗੇ। ਠੀਕ ਹੈ, ਸਭ ਨੂੰ ਆਈ ਹੋਪ ਸਭ ਨੂੰ ਸਮਝ ਆ ਗਈ ਹੋਏਗੀ ਅਤੇ ਅੱਜ ਦੀ ਮੈਨੂੰ ਲੱਗਦਾ ਸਾਰੀ ਤੁਹਾਨੂੰ ਕਲੈਰਿਟੀ ਵੀ ਹੋਏਗੀ ਵੀਡੀਓ ਦੀ। ਅੱਜ ਮੈਨੂੰ ਲੱਗਦਾ ਲਾਈਟ ਦੀ ਪ੍ਰੋਬਲਮ ਨਹੀਂ ਹੋਏਗੀ, ਜੇ ਹੋਈ ਤਾਂ ਮੈਨੂੰ ਦੱਸ ਦਿਓ। ਠੀਕ ਹੈ, ਫਿਰ ਮੈਂ ਦੇਖੂੰਗੀ ਕੋਈ ਹੋਰ ਸੋਰਸਿਸ ਅਡੋਪਟ ਕਰਕੇ। ਓਕੇ, ਕੋਈ ਵੀ ਪ੍ਰੋਬਲਮ ਹੋਈ ਤਾਂ ਮੈਨੂੰ ਪਰਸਨਲੀ ਪੁੱਛ ਲੈਣਾ ਮੈਂ। ਠੀਕ ਹੈ, ਅਤੇ ਨਾਲ ਆਪਣੇ ਪ੍ਰੋਪਰ ਨੋਟਸ ਬਣਾਉਂਦੇ ਜਾਓ। ਆਹ ਤਾਂ ਪੁਆਇੰਟ ਸਾਡੀ ਸਾਰੀ ਬੁੱਕ ਦੇ ਵਿੱਚ ਹੋਣਗੇ ਮੈਨੂੰ ਲੱਗਦਾ। ਆਹ ਟੇਬਲ ਵਗੈਰਾ ਬਣਾ ਲਈ, ਟੇਬਲ ਨਹੀਂ ਕਈ ਵਾਰ ਬੁੱਕ ਦੇ ਵਿੱਚ ਹੁੰਦੇ। ਠੀਕ ਹੈ।